गुड मॉर्निंग बेटा, गुड आफ्टरनून बेटा। मैं मोनिका साइंस मिस्टर GSS ਲੋਗ ਤੁਹਾਨੂੰ ਲਾਈਟ ਵਾਲਾ ਲੈਸਨ ਦੇ MCQ ਕਰਾ ਰਹੇ ਹਾਂ। ਕੁਝ ਕੁ ਆਪਾਂ ਜ਼ੂਮ ਮੀਟਿੰਗ ਦੇ ਵਿੱਚ ਕੀਤੇ ਸੀਗੇ 1 ਤੋਂ ਲੈ ਕੇ 16 ਤੱਕ ਇਸ ਲੈਸਨ ਦੇ MCQs, ਪਰ ਉਹਨਾਂ ਨੂੰ ਰਿਪੀਟ ਕਿਉਂਕਿ ਇਹ YouTube 'ਤੇ ਅਪਲੋਡ ਕਰ ਰਹੇ ਹਾਂ ਤਾਂ ਉਹਨਾਂ ਨੂੰ ਥੋੜ੍ਹਾ ਰਿਪੀਟ ਕਰਾਂਗੇ। ਤਾਂ ਬਿਫੋਰ ਡੂਇੰਗ ਅਸੀਂ ਲੈਸਨ ਇੱਕ ਗਲਾਂਸ ਦੇ ਥਰੂ ਆਲਰੇਡੀ ਥਿਊਰੀ ਪਾਰਟ ਕੰਸੀਡਰ ਟੂ ਬੀ ਯੂ ਹੈਵ ਡਨ ਕਿ ਕੀਤਾ ਹੋਇਆ ਤੁਸੀਂ। ਹੱਥੋਂ ਲੱਗ ਜਾਓ ਰਿਫਲੈਕਸ਼ਨ ਆਫ ਲਾਈਟ ਇਸ 'ਚ ਐਂਗਲ ਆਫ ਇੰਸੀਡੈਂਟ ਵਿਲ ਬੀ ਇਕੁਅਲ ਟੂ ਐਂਗਲ ਆਫ ਆਰ ਹੋਏਗਾ। ਔਰ ਇਹ ਦਿਖਾਇਆ ਹੈਗਾ ਕਨਕੇਵ ਮਿਰਰ, ਜਦੋਂ ਦੇ ਅੱਗੇ ਪੋਜੀਸ਼ਨਸ 'ਤੇ ਅਲੱਗ-ਅਲੱਗ ਪੋਜੀਸ਼ਨ 'ਤੇ ਓਬਜੈਕਟ ਪਈ ਹੋਈ ਹੈਗੀ ਆ, ਉਹਦੇ ਲਈ ਅਲੱਗ ਪੋਜੀਸ਼ਨ ਸੀ 'ਤੇ ਪਈ ਹੈ। ਤਾਂ ਇਹ ਦਿਸ ਇਜ਼ ਦੀ ਥਿਊਰੀ ਪਾਰਟ ਆਲਰੇਡੀ ਡਨ ਫਰੋਮ ਦੀ ਸੋ ਮੈਨੀ ਸੋਰਸਿਸ ਔਰ ਸੋ ਮੈਨੀ ਵੀਡੀਓਜ਼। ਠੀਕ ਹੈ, ਲੈਂਸ ਦੇ ਨਾਲ ਰਿਲੇਟਡ ਹਿਊਮਨ ਆਈ, ਦਿਸ ਆਲ ਥਿਊਰੀ ਵਿਲ ਨਾਟ ਬੀ ਡਿਸਕਸ। ਤਾਂ ਅਸੀਂ ਇਹਦੇ 1 ਤੋਂ 15 ਤੱਕ ਜ਼ੂਮ ਮੀਟਿੰਗ 'ਚ ਕੀਤੇ ਸੀਗੇ, 16 ਤੱਕ ਸੋਚਿਆ ਸੀ 50 ਦਾ ਟਾਰਗੇਟ, ਤਾਂ ਅਸੀਂ ਉਹਨੂੰ ਕੰਪਲੀਟ ਕਰਨ ਲਈ YouTube 'ਤੇ ਵੀਡੀਓ ਬਣਾਉਣ ਲੱਗਿਆ। ਦੁਬਾਰਾ ਅਸੀਂ ਐਵੇਂ ਕਰਦੇ ਹਾਂ 1 to 16 ਸ਼ੁਰੂ ਤੱਕ ਅਸੀਂ ਜ਼ੂਮ ਮੀਟਿੰਗ 'ਚ ਕੀਤੇ ਆ। 17 ਨੰਬਰ ਕੁਐਸਚਨ ਤੋਂ ਅਸੀਂ ਇਹਨੂੰ ਦੇਖਦੇ ਹੈਗੇ ਹਾਂ ਤਾਂ ਕਿ ਤੁਹਾਡਾ ਕੋਈ ਲੋਸ ਨਾ ਹੋਵੇ। ਠੀਕ ਹੈ, ਬਰੂਡ ਬਲੌਕ। ਹੁਣ 17ਵਾਂ ਕੁਐਸਚਨ ਹੈਗਾ ਵੈਨ ਏ ਲਾਈਟ ਪਾਸਿਸ, ਅਗਰ ਟਾਈਮ ਬਚਿਆ ਤਾਂ 1 ਤੋਂ ਲੈ ਕੇ 16 ਤੱਕ ਰਿਪੀਟ ਕਰ ਦਿੱਤੇ ਜਾਣਗੇ। ਵੈਨ ਦੀ ਲਾਈਟ ਪਾਸਿਸ ਫਰੋਮ ਓਪਟੀਕਲੀ ਡੈਂਸਰ ਟੂ ਰੇਅਰਰ ਮੀਡੀਅਮ ਤਾਂ ਇਟ ਵਿਲ ਬੈਂਡ ਅਵੇ ਫਰੋਮ ਦੀ ਨੋਰਮਲ ਹੋਏਗਾ। ਠੀਕ ਹੈ, ਸੈਕਿੰਡ ਵਿਲ ਬੀ ਆਨਸਰ। ਜੇ ਤਾਂ ਰੇਅਰਰ ਟੂ ਡੈਂਸਰ ਰੇਅਰਰ ਟੂ ਡੈਂਸਰ ਤਾਂ ਟੂਵਰਡਸ ਨੋਰਮਲ। ਠੀਕ ਹੈ, ਅਗਰ ਡੈਂਸਰ ਟੂ ਰੇਅਰਰ ਹੈ ਅਵੇ ਫਰੋਮ ਨੋਰਮਲ। ਠੀਕ ਹੈ, ਇੱਦਾਂ ਤੁਸੀਂ ਯਾਦ ਕਰ ਸਕਦੇ ਹੋ ਜਾਂ ਹੱਦ ਤੱਕ ਜਿਵੇਂ ਡਾਇਗਰਾਮ 'ਚ ਦਿਖਾਇਆ ਹੈਗਾ ਹੋਰ ਕੁਐਸਚਨਸ ਆਉਣਗੇ। ਕੁਐਸਚਨ ਨੰਬਰ 18 ਆ ਲਾਈਟ ਹੈ ਕਮਿੰਗ ਫਰੋਮ ਦੀ ਏਅਰ ਟੂ ਦੀ ਗਲਾਸ 'ਚ ਆ ਰਹੀ ਹੈ। 4 ਸਟੂਡੈਂਟਸ ਨੇ ਓਬਜ਼ਰਵੇਸ਼ਨ ਤੱਕ ਲਿਖੀ ਦੀਆਂ। ਓਬਜ਼ਰਵੇਸ਼ਨ ਸਹੀ ਲੱਗ ਰਹੀਆਂ ਹੈਗੀਆਂ, ਮੈਨੂੰ ਤਾਂ ਆਹੀ ਸਹੀ ਲੱਗ ਰਹੀ ਹੈਗੀ ਹੈ। ਇੱਥੇ ਨੋਰਮਲ ਅਗਰ ਡਰੋ ਕਰਦੇ ਹਾਂ ਅਸੀਂ ਇਸ ਸਟੂਡੈਂਟ ਦੀ ਓਬਜ਼ਰਵੇਸ਼ਨ 'ਤੇ ਤਾਂ ਇੱਥੇ ਲਾਈਟ ਕੀ ਹੈ, ਬੈਂਡ ਹੋ ਰਹੀ ਹੈ ਟੂਵਰਡਸ ਨੋਰਮਲ, ਅਤੇ ਇੱਥੇ ਅਵੇ ਫਰੋਮ ਦੀ ਨੋਰਮਲ। ਇੱਥੇ ਕੀ ਹੈ, ਰੇਅਰਰ ਟੂ ਡੈਂਸਰ ਮੀਡੀਅਮ ਜਾ ਰਹੀ ਹੈ ਤਾਂ ਲਾਈਟ ਟੂਵਰਡਸ ਨੋਰਮਲ, ਅਤੇ ਇੱਥੇ ਅਵੇ ਫਰੋਮ ਦੀ ਨੋਰਮਲ। ਤਾਂ ਸੈਕਿੰਡ ਡਾਇਗਰਾਮ ਇਜ਼ ਦੀ ਕਰੈਕਟ ਡਾਇਗਰਾਮ। ਕੁਐਸਚਨ ਨੰਬਰ 19 ਦੇਖਦੇ ਹਾਂ। ਠੀਕ ਹੈ, ਇਨ ਦੀ ਟੋਰਚ ਸਰਚ ਲਾਈਟ ਹੈਡਲਾਈਟ ਵਹੀਕਲ ਬੱਲਬ ਇਜ਼ ਪਲੇਸਡ ਐਟ ਫੋਕਸ, ਅਤੇ 19ਵੇਂ ਕੁਐਸਚਨ ਦਾ ਆਨਸਰ ਫੋਕਸ ਤੇ ਵੈਰੀ ਨੀਅਰ ਟੂ ਦੀ ਫੋਕਸ ਆਫ ਦੀ ਰਿਫਲੈਕਟਰ। ਇਹਦੇ ਵਿੱਚ ਕਿਹੜਾ ਅਸੀਂ ਆਹ ਯੂਜ਼ ਕਰਦੇ ਹਾਂ, ਕਨਕੇਵ ਮਿਰਰ। ਠੀਕ ਹੈ, ਜਦੋਂ F 'ਤੇ ਪਈ ਹੋਏਗੀ ਓਬਜੈਕਟ ਤਾਂ ਦੇਖੋ ਪੈਰਲਲ ਬੀਮ ਹੈ, ਇਸ 'ਚੋਂ ਪਾਸ ਹੋ ਗਈ। ਜਿਹੜੀ ਲਾਈਟ C 'ਚੋਂ ਜਾਏਗੀ ਉਵੇਂ ਤਾਂ ਪੈਰਲਲ ਜਿਸ ਤਰ੍ਹਾਂ ਜਾਏਗੀ ਉਵੇਂ ਹੀ ਵਾਪਸ, ਤਾਂ ਪੈਰਲਲ ਬੀਮ ਆਫ ਲਾਈਟ ਓਬਟੇਨ ਹੋਏਗਾ, ਜਿਸ ਦੇ ਕਰਕੇ ਰਸਤਾ ਵਗੈਰਾ ਕਲੀਅਰ ਦਿਖ ਸਕਦਾ। ਤਾਂ ਅਸੀਂ ਇਹਨੂੰ ਹੈਡਲਾਈਟ 'ਚ ਕੀ ਯੂਜ਼ ਕਰਦੇ ਹੈਗੇ ਆ, ਕਨਕੇਵ ਮਿਰਰ। ਉਸ ਤੋਂ ਬਾਅਦ ਹੈਗਾ ਕਨਵੈਕਸ ਲੈਂਸ ਹੈ ਕਨਵੈਕਸ ਲੈਂਸ ਹੈ ਓਬਜੈਕਟ ਕਿੱਥੇ ਪਈ ਹੈ 2F 'ਤੇ ਮੀਨਸ C 'ਤੇ ਪਈ ਹੈ ਤਾਂ ਇਮੇਜ ਵੀ 2F 'ਤੇ ਬਣੇਗਾ, ਸੇਮ ਸਾਈਜ਼ ਦਾ ਬਣੇਗਾ, ਰੀਅਲ ਬਣੇਗਾ, ਇਨਵਰਟਡ ਬਣੇਗਾ। ਇਹੋ ਕੁਐਸਚਨ 'ਚ ਬਿਲਕੁਲ ਕੋਈ ਡਾਊਟ ਨਹੀਂ ਹੈ, ਰੇ ਡਾਇਗਰਾਮ ਬੇਸ ਹੈਗੇ ਆ। ਉਸ ਤੋਂ ਬਾਅਦ ਬੀਮ ਆਫ ਲਾਈਟ ਇੱਕ ਹੋਲ A 'ਚੋਂ ਜਾਂਦੀ ਹੈ, ਹੋਲ A and B and emerge from the C and D. Which of following could be inside the box? Which of following could be inside? ਗਲਾਸ ਸਲੈਬ, ਕਨਵੈਕਸ ਲੈਂਸ। ਇਹਦੇ ਵਿੱਚ ਸਲੈਬ ਰੱਖੀ ਹੋਏਗੀ ਤਾਈਓ ਹੈ ਨਾ, ਕਿਵੇਂ ਦਾ ਆਨਸਰ ਹੈਗਾ। ਠੀਕ ਹੈ, ਗਲਾਸ ਸਲੈਬ ਇਹ ਅਗਰ ਦੇਖੀਏ ਟੂਵਰਡਸ ਦੀ ਨੋਰਮਲ ਬੈਂਡ ਕਰ ਜਾਏਗੀ, ਫਿਰ ਅਵੇ ਫਰੋਮ ਦੀ ਨੋਰਮਲ ਤਾਂ ਇੱਥੋਂ ਲਾਈਟ ਕੀ ਹੈ ਨਿਕਲੇਗੀ। ਇਹਦੇ ਵਿੱਚ ਅਸੀਂ ਕੀ ਆ ਅੰਦਰ ਕਿਆ ਹੈ ਗਲਾਸ ਸਲੈਬ ਰੱਖੀ ਹੋਏਗੀ ਏਅਰ ਟੂ
ਗਲਾਸ ਜਾਏਗੀ, ਰੇਅਰਰ ਟੂ ਡੈਂਸਰ ਮੀਡੀਅਮ ਜਾਏਗੀ ਤਾਂ ਇਹਦੇ ਅੰਦਰ ਗਲਾਸ ਸਲੈਬ ਰੱਖੀ ਹੋਈ ਹੈ। ਸਟੇਟ ਲਾਈਨ ਗ੍ਰਾਫ ਇਜ਼ ਓਬਟੇਨ ਬਾਈ ਪਲੋਟਿੰਗ ਦੀ ਐਂਗਲ ਸਾਈਨ ਐਂਡ ਆਈ। ਠੀਕ ਹੈ, ਤਾਂ ਉਹ ਤੋਂ ਕੀ ਦੀ ਵੈਲਿਊ ਆਉਂਦੀ ਹੈ, ਰਿਫਰੈਕਟਿਵ ਇੰਡੈਕਸ ਸਾਈਨ ਆਈ ਅਪੋਨ ਸਾਈਨ ਆਰ। ਇਹ ਸਨੈਲਸ ਲਾਅ ਹੈ, ਸਨੈਲਸ ਲਾਅ ਵੀ ਇਹਨੂੰ ਕਹਿੰਦੇ ਹੈਗੇ ਆ। 22ਵਾਂ ਕੁਐਸਚਨ। ਨਾਓ 23ਵਾਂ ਕੁਐਸਚਨ, ਵਿਚ ਆਫ ਫੋਲਿੰਗ ਰੇ ਡਾਇਗਰਾਮ ਇਜ਼ ਕਰੈਕਟ ਫॉर ਦੀ ਰੇ ਆਫ ਦੀ ਲਾਈਟ ਇੰਸੀਡੈਂਟ ਔਨ ਏ ਲੈਂਸ। ਕਿਹੜੀ ਡਾਇਗਰਾਮ ਸਹੀ ਹੈਗੀ ਹੈ? ਐਫ ਚੋਂ ਲੰਘ ਰਹੀ ਹੈ, ਨਹੀਂ, ਇਸ ਚੋਂ ਥਰਡ ਆਨਸਰ ਬਣਨਾ ਚਾਹੀਦਾ 23ਵੇਂ ਦਾ ਪਹਿਲਾ। ਐਫ ਚੋਂ ਨਿਕਲ ਰਹੀ ਹੈ, ਅੱਛਾ ਆ ਦੇਖੋ ਡਾਇਗਰਾਮ ਪੂਰੀ ਕਰੀਏ ਅਸੀਂ, ਲਾਈਟ ਐਫ ਚੋਂ ਆ ਰਹੀ ਹੈ ਤੇ ਪੈਰਲਲ ਹੋ ਜਾਏਗੀ। ਠੀਕ ਹੈ, ਫੋਕਸ ਚੋਂ ਜਿਹੜੀ ਲਾਈਟ ਜਾ ਰਹੀ ਹੈ ਉਹ ਪੈਰਲਲ ਹੋ ਜਾਏਗੀ, ਤਾਂ ਫਸਟ ਵਿਲ ਬੀ ਦੀ ਕਰੈਕਟ ਆਨਸਰ। ਉਦੋਂ ਬਾਅਦ ਅਗਲਾ ਕੁਐਸਚਨ ਹੈਗਾ 24ਵਾਂ, ਐਨ ਆਬਜੈਕਟ ਪਲੇਸਡ ਬਿਟਵੀਨ ਐਫ ਐਂਡ 2F। ਬਿਟਵੀਨ ਸੀ ਤੇ ਐਫ ਦੇ ਵਿਚਕਾਰ ਪਈ ਹੋਵੇ, ਕਿਹੜਾ ਲੈਂਸ ਹੈਗਾ? ਕਨਵੈਕਸ ਲੈਂਸ ਦੇਖ ਲਓ, ਉਹ ਹੈ ਐਫ 2F। ਆਬਜੈਕਟ ਇੱਥੇ ਪਈ ਹੈ ਤਾਂ ਪੈਰਲਲ ਬੀਮ ਹੈ, ਫੋਕਸ ਐਫ ਚੋਂ ਪਾਸ ਹੋ ਜਾਏਗੀ, ਜੋ ਲਾਈਟ ਉਹ ਚੋਂ ਪਾਸ ਹੋਏਗੀ, ਤੁਹਾਡੀ ਡਾਇਗਰਾਮ ਹਿੱਲ ਗਈ। ਰੀਅਲ, ਇਨਵਰਟਡ, ਇਨਲਾਰਜ, ਬਿਯੋਂਡ 2F ਤੋਂ ਬਣੇਗਾ। ਆਲ ਦੀਜ਼ ਵਿਲ ਬੀ ਦੀ ਆਨਸਰ। ਇਹ ਸਵੀਮਿੰਗ ਪੂਲ ਲੁਕਸ ਸ਼ੈਲੋਅਰ ਦੈਨ ਵੈਨ ਦੀ ਸੀਨ ਰੀਫਰੈਕਸ਼ਨ ਦੇ ਕਰਕੇ। ਠੀਕ ਹੈ, ਅਸੀਂ ਇਹਨੂੰ ਕਿਵੇਂ ਐਕਸਪਲੇਨ ਕਰ ਸਕਦੇ ਹਾਂ, ਜਿਵੇਂ ਕੁਆਇਨ ਵਾਲੀ, ਇੱਥੇ ਕੁਆਇਨ ਪਿਆ ਤਾਂ ਇੱਥੋਂ ਜਿਹੜੀ ਲਾਈਟ ਹੈਗੀ ਹੈ, ਮਤਲਬ ਕੋਈ ਲਾਈਟ ਜਾ ਰਹੀ ਹੈ, ਤਾਂ ਇਹ ਡੈਂਸਰ ਮੀਡੀਅਮ ਤੋਂ ਕਿੱਧਰ ਜਾ ਰਹੀ ਹੈ? ਰੇਅਰਰ ਮੀਡੀਅਮ। ਇਟ ਵਿਲ ਬੈਂਡ ਅਵੇ ਫਰੋਮ ਦੀ। ਠੀਕ ਹੈ, ਜਦੋਂ ਅਸੀਂ ਇਹਨਾਂ ਰੇਜ਼ ਨੂੰ ਪਿੱਛੇ ਵਧਾ ਕੇ ਮਿਲਾਉਂਦੇ ਹਾਂ ਤਾਂ ਕੁਆਇਨ ਕੀ ਹੈ, ਐਪਰੈਂਟ ਪੋਜੀਸ਼ਨ ਇੱਥੇ ਨਜ਼ਰ ਆਏਗੀ। ਤਾਂ ਸੇਮ ਕੁਐਸਚਨ ਹੈਗਾ ਸਵੀਮਿੰਗ ਪੂਲ ਦੀ ਜਿਹੜੀ ਐਪਰੈਂਟ ਹਾਈਟ ਹੈ, ਮਤਲਬ ਜੋ ਅਪੀਅਰ ਹੋ ਰਹੀ ਹੈ ਡੂੰਘਾਈ, ਉਹ ਕੀ ਹੈ, ਘੱਟ ਨਜ਼ਰ ਆਏਗੀ। ਐਕਚੁਅਲੀ ਇਹ ਰਿਫਰੈਕਸ਼ਨ ਦੇ ਕਰਕੇ ਹੁੰਦਾ, ਕਿਉਂਕਿ ਵਾਟਰ ਤੋਂ ਜਦੋਂ ਏਅਰ 'ਚ ਲਾਈਟ ਐਂਟਰ ਕਰੇਗੀ ਤਾਂ ਇਟ ਵਿਲ ਬੈਂਡ ਅਵੇ ਫਰੋਮ ਦੀ ਨੋਰਮਲ, ਅਵੇ ਫਰੋਮ ਨੋਰਮਲ ਤੋਂ ਬੈਂਡ ਕਰ ਜਾਏਗੀ। ਠੀਕ ਹੈ, ਪਰਪੈਂਡੀ। ਹਾਊ ਵਿਲ ਦੀ ਇਮੇਜ ਫੋਰਮ ਬਾਈ ਕਨਵੈਕਸ ਇਫੈਕਟ। ਪਹਿਲਾਂ ਵੀ ਕੀਤਾ, ਅਗਰ ਬਲੈਕ ਦੇ ਨਾਲ ਘੱਟ ਢੱਕ ਦਿੱਤਾ ਜਾਵੇ ਤਾਂ ਇਮੇਜ ਦੀ ਬਰਾਈਟਨੈਸ ਰਿਡਿਊਸ ਹੋ ਜਾਏਗੀ। ਠੀਕ ਹੈ, ਸੁਬਾ ਤੁਹਾਨੂੰ ਬਰਾਈਟਨੈਸ ਆਫ ਦੀ ਇਮੇਜ ਵਿਲ ਬੀ ਸ਼ਾਰਪ, ਇੰਟੈਂਸਿਟੀ ਲੋ ਹੋ ਜਾਏਗੀ ਇਮੇਜ ਦੀ। ਤਾਂ ਸੁਬਾ ਅਸੀਂ ਇੱਕ 10ਵੀਂ AB ਦਾ ਸੈਸ਼ਨ ਲਗਾਇਆ ਸੀਗਾ, ਉਸ 'ਚ ਵੀ ਸੇਮ ਹੀ ਕੁਐਸਚਨ ਸੀ। ਦੀ ਮਿਡਲ ਵੈਸਕੂਲਰ ਕੋਟ ਆਫ ਦੀ ਆਈ ਚੈਂਬਰ। ਇਹ ਆਈਜ਼ ਦੇ ਨਾਲ ਕੁਐਸਚਨ ਹੈ, ਚਲੋ ਦੇਖ ਲੈਂਦੇ ਹਾਂ। ਕੋਟ ਦੈਟ ਡਾਰਕਨ ਦੀ ਆਈ ਚੈਂਬਰ ਐਂਡ ਪ੍ਰੀਵੈਂਟ ਦੀ ਰਿਫਰੈਕਸ਼ਨ ਬਾਈ ਅਬਜ਼ੋਰਬਿੰਗ ਲਾਈਟ ਇਜ਼ ਕੋਰਾਈਡ। ਠੀਕ ਹੈ, ਦਿਸ ਇਜ਼ ਸਮਥਿੰਗ ਆਈ ਵਿਲ ਸੀ ਅਗੇਨ। ਰਿਫਰੈਕਟਿਵ ਇੰਡੈਕਸ ਜਿਹੜਾ ਹੁੰਦਾ ਮਿਊ, ਇਹ ਕੀ ਹੁੰਦਾ, C/V। ਠੀਕ ਹੈ, ਤਾਂ 28th ਦਾ ਆਨਸਰ ਵਿਲ ਬੀ ਫਸਟ। ਵੈਕਿਊਮ 'ਚ 3×10⁸ ਕਿਸੇ ਵੀ ਮੀਡੀਅਮ 'ਚ ਸਪੀਡ ਨੀਚੇ ਭਰਾਂਗੇ। ਠੀਕ ਹੈ, ਤਾਂ ਅਸੀਂ ਰਿਫਰੈਕਟਿਵ ਇੰਡੈਕਸ ਕੈਲਕੂਲੇਟ ਕਰ ਸਕਦੇ ਹਾਂ। ਆਈ ਲੈਂਸ ਜਿਹੜਾ ਕਨਵਰਜ ਕਰਦਾ ਹੈਗਾ ਆਈਜ਼ ਦੇ ਵਿੱਚ, ਇਹ ਵਾਲਾ ਲੈਂਸ ਹੁੰਦਾ। ਠੀਕ ਹੈ, ਕਿਹੜਾ ਲੈਂਸ ਹੈ? ਕਨਵੈਕਸ ਲੈਂਸ ਹੁੰਦਾ, ਜੈਲੀ ਲਾਈਕ ਮਟੀਰੀਅਲ ਦਾ ਬਣਿਆ ਹੁੰਦਾ 29th ਦਾ। ਅਤੇ ਇਮੇਜ ਕਿੱਥੇ ਬਣੇਗਾ? ਰੈਟੀਨਾ ਤੇ ਲਾਈਟ ਨੂੰ ਕੀ ਕਰਦਾ ਹੈਗਾ? ਕਨਵਰਜ ਕਰਦਾ ਇਹਦੇ। ਦੀ ਸਰਫੇਸ ਆਫ ਰੈਟੀਨਾ ਹੈਜ਼ ਅਬਾਊਟ 150 ਮਿਲੀਅਨ ਲਾਈਟ ਸੈਂਸਿਟਿਵ। ਲਾਈਟ ਦੇ ਦੇਖੋ ਉਹਨੂੰ ਯਾਦ ਕਿਵੇਂ ਕਰਨਾ, ਰੋਡ ਅਤੇ ਕੋਨ। ਠੀਕ ਹੈ, ਕੋਨ ਸੈੱਲ ਕਲਰ ਲਈ ਸੈਂਸਿਟਿਵ ਹੁੰਦੇ ਆ ਔਰ ਰੋਡ ਸੈੱਲ ਲਾਈਟ ਲਈ ਸੈਂਸਿਟਿਵ ਹੁੰਦੇ ਆ। ਤਾਂ ਲਾਈਟ ਲਈ ਕਿਹੜੇ ਸੈੱਲ ਸੈਂਸਿਟਿਵ ਹੋਣਗੇ? ਰੋਡ ਸੈੱਲਸ। 30th ਦਾ ਆਨਸਰ ਥਰਡ, ਨਾਈਦਰ ਰੋਡਸ ਔਰ ਕੋਨਸ। ਥਰਡ 30th ਦਾ ਆਨਸਰ ਕਿਆ? ਥਰਡ। ਚਲੋ ਰੋਡ ਅਤੇ ਕੋਨ ਸੈੱਲ ਦੋਨੋਂ ਹੀ ਆਨਸਰ ਹੈ। ਰੋਡ ਸੈੱਲ ਵੈਸੇ ਬਰਾਈਟਨੈਸ ਬਾਰੇ ਦੱਸਦੇ ਆ, ਬਰਾਈਟ ਜਿਸ ਤਰ੍ਹਾਂ ਅਸੀਂ
ਅੰਧੇਰੇ ਕਮਰੇ ਤੋਂ ਬਾਹਰ ਆਉਂਦੇ ਹਾਂ ਤਾਂ ਸਾਡੀ ਪਿਊਪਿਲ ਉਹ ਹੁੰਦੀ ਆ, ਠੀਕ ਹੈ, ਫੈਲਦੀ ਆ, ਐਕਸਪੈਂਡ ਕਰਦੀ ਆ। ਕੋਨ ਸੈੱਲ ਜਿਹੜੇ ਹੈਗੇ ਆ ਉਹ ਕਲਰ ਲਈ ਦੱਸਦੇ ਆ, ਤਾਂ ਰੈਟੀਨਾ ਇਹਨਾਂ ਦੋਨਾਂ ਸੈੱਲਾਂ ਤੋਂ ਕੰਪੋਜ਼ ਹੁੰਦਾ ਹੈ। ਵਾਈਲ ਲੁਕਿੰਗ ਐਟ ਨੀਅਰ ਬਾਈ ਓਬਜੈਕਟ ਦੀ ਸਿਲਰੀ ਮਸਲ ਆਫ ਦੀ ਲੈਂਸ, ਸਿਲਰੀ ਮਸਲ ਨੇੜੇ ਦੀਆਂ ਚੀਜ਼ਾਂ ਦੇਖਣੀਆਂ ਹੈਗੀਆਂ। ਪਹਿਲਾ ਕੰਟਰੈਕਟ, ਦੇਖੋ ਆ ਲੈਂਸ ਹੈ, ਅਗਰ ਸਿਲਰੀ ਮਸਲ ਕੰਟਰੈਕਟ ਕਰ ਗਏ, ਕੰਟਰੈਕਟ ਕਰ ਜਾਂਦੇ ਆ ਤਾਂ ਲੈਂਸ ਦੀ ਜਿਹੜੀ ਇੱਦਾਂ ਹੋ ਜਾਏਗਾ ਹੈ ਨਾ, ਤਾਂ ਫੋਕਲ ਲੈਂਥ ਇਹਦੀ ਕੀ ਆਏ ਇਨਕਰੀਜ਼ ਹੋ ਜਾਏਗੀ, ਤਾਂ ਇਹਦੇ ਨਾਲ ਫੋਕਲ ਲੈਂਥ ਇਨਕਰੀਜ਼ ਹੋ ਜਾਂਦੀ ਹੈ। ਅਗਰ ਸਿਲਰੀ ਮਸਲ ਐਕਸਪੈਂਡ ਕਰਦੇ ਆ, ਐਕਸਪੈਂਡ ਦਾ ਮੀਨਸ ਖਿੱਚੇ ਜਾਣਾ, ਖਿੱਚੇ ਗਏ ਤਾਂ ਉਹਦੇ ਨਾਲ ਇਹ ਲੈਂਸ ਕੀ ਹੈ ਲੰਬਾ ਹੋ ਜਾਊਗਾ, ਲੰਬਾ ਹੋ ਜਾਊਗਾ ਤਾਂ ਇਹਦੀ ਫੋਕਲ ਲੈਂਥ ਕੀ ਹੈ ਘਟ ਜਾਏਗੀ, ਤਾਂ ਕੰਟਰੈਕਟ ਵੇਲੇ ਇਨਕਰੀਜ਼ ਆਉਣਗੇ। ਨੈਗੇਟਿਵ ਵੈਲਿਊ ਆਫ ਇੰਡੀਕੇਟ, -f ਦਾ ਮੀਨਸ ਕੀ ਹੁੰਦਾ ਕਨਕੇਵ ਮਿਰਰ, ਇਹ ਤੁਹਾਨੂੰ ਯਾਦ ਕਰਾਇਆ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ। ਇਹ ਸਟੂਡੈਂਟ ਸਿਟਿੰਗ ਔਨ ਦੀ ਲਾਸਟ ਬੈਂਚ ਕੈਨ ਰੀਡ ਦੀ ਲੈਟਰ ਰਿਟਨ ਔਨ ਬਲੈਕਬੋਰਡ ਬਟ ਇਜ਼ ਨੋਟ ਏਬਲ ਟੂ ਰੀਡ ਦੀ ਰਿਟਨ ਟੈਕਸਟ, ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਇਹ ਕੁਐਸਚਨਸ ਬੇਟਾ ਆਈ ਦਾ ਟੌਪਿਕ ਹੈਗਾ, ਉਹਦੇ ਨਾਲ ਕਰ ਲਓ। 33 ਦਾ ਫਸਟ ਆਨਸਰ, ਨੀਅਰ ਬਾਏ ਪੁਆਇੰਟ ਇਜ਼ ਰਸੀਡਡ ਅਵੇ, ਠੀਕ ਹੈ, ਉਹਦਾ ਜੋ 25 ਸੈਂਟੀਮੀਟਰ ਉਹ ਥੋੜ੍ਹਾ ਜਿਹਾ ਪੁਆਇੰਟ ਕੀ ਹੈ ਦੂਰ ਚਲਾ ਜਾਏਗਾ। ਮੀਨਸ ਇਹ ਸਟੂਡੈਂਟ ਸਿਟਿੰਗ ਔਨ ਦੀ ਬੈਂਚ ਆਫ ਰੋਡ ਕੈਨ ਰੀਡ ਦੀ ਲੈਟਰ ਬਲੈਕਬੋਰਡ 'ਤੇ ਪਰ ਬੁੱਕ 'ਤੇ, ਇਹਦਾ ਮਤਲਬ ਉਹਦੇ ਨੇੜੇ ਦੀ ਨਿਗਾਹ ਖਰਾਬ ਹੈ, ਇਹਨੂੰ ਕੀ ਕਹਿੰਦੇ ਹਾਂ ਅਸੀਂ ਮਾਇਓਪੀਆ, ਮਾਇਓਪੀਆ। ਇਹ ਟੌਪਿਕ ਦੁਬਾਰਾ ਥੋੜ੍ਹਾ ਦੇਖਣਾ ਪਏਗਾ, ਜਾਂ ਹਾਈਪਰਮੈਟਰੋਪੀਆ, ਠੀਕ ਹੈ। ਨੇੜੇ ਦੀ ਨਿਗਾਹ ਉਹਦੀ ਖਰਾਬ ਹੈ, ਦੂਰ ਦੀ ਸਹੀ ਹੈ, ਤਾਂ ਇਹਨੂੰ ਨਿਕਟ ਦ੍ਰਿਸ਼ਟੀ ਰੋਗ ਕਹਿੰਦੇ ਆ। ਨੇੜੇ ਦੀ ਸਹੀ ਹੈ, ਨੇੜੇ ਦੀ ਖਰਾਬ ਹੈ, ਤਾਂ ਇਹਨੂੰ ਦੂਰ ਦ੍ਰਿਸ਼ਟੀ ਰੋਗ ਇੱਦਾਂ ਹੈ ਨਾ। ਥੋੜ੍ਹਾ ਮੈਨੂੰ ਯਾਦ ਨਹੀਂ ਆ, ਕੋਈ ਨਹੀਂ ਦੁਬਾਰਾ ਦੇਖ ਲਾਂਗੇ ਆਈ ਦਾ ਟੌਪਿਕ। ਇਹ ਪਰਸਨ ਕਾਂਟ ਸੀਨ ਡਿਸਟਿੰਕਟਲੀ ਓਬਜੈਕਟ ਬਿਯੋਂਡ 2 ਮੀਟਰ, ਕੋਈ ਵੀ ਪਰਸਨ ਹੈ ਉਹ ਸਹੀ ਢੰਗ ਨਾਲ ਨਹੀਂ ਦੇਖ ਸਕਦਾ 2 ਮੀਟਰ ਤੋਂ, ਤਾਂ ਪਾਵਰ ਉਹਦੀ ਕਿੰਨੀ ਲੱਗੇਗੀ 2/f, ਤਾਂ ਇਹ ਪੁਆਇੰਟ ਆ ਗਿਆ ਕਿਹੜੀ ਪਲੱਸ ਸਾਈਨ ਵਾਲੀ, ਪਲੱਸ ਸਿੰਬਲ ਕਿਹਦਾ ਹੁੰਦਾ ਕਨਵੈਕਸ ਲੈਂਸ ਵਾਲੀ, ਉਹਨੂੰ ਕੀ ਲੱਗੇਗੀ ਐਨਕਾਂ ਲੱਗਣਗੀਆਂ, ਠੀਕ ਆ। ਆਈਜ਼ ਵਾਲੇ ਥੋੜ੍ਹੇ ਦੋਨੋਂ ਟੌਪਿਕ ਦੁਬਾਰਾ ਦੇਖਣੇ ਪੈਣਗੇ, ਮਾਇਓਪੀਆ ਅਤੇ ਹਾਈਪਰਮੈਟਰੋਪੀਆ। ਇੱਕ ਨੂੰ ਦੂਰ ਦ੍ਰਿਸ਼ਟੀ ਰੋਗ ਕਹਿੰਦੇ ਆ, ਇੱਕ ਨੂੰ ਨਿਕਟ ਦ੍ਰਿਸ਼ਟੀ, ਫਾਰ ਸਾਈਟਡਨੈਸ ਔਰ ਨੀਅਰ ਸਾਈਟਡਨੈਸ। ਇਸ 'ਚ ਕੀ ਹੁੰਦਾ ਜਿਹੜਾ ਨਿਕਟ ਦ੍ਰਿਸ਼ਟੀ ਰੋਗ ਹੈ ਉਸ 'ਚ ਦੂਰ ਦੀ ਨਿਗਾਹ ਖਰਾਬ ਹੋਏਗੀ, ਠੀਕ ਹੈ, ਔਰ ਜੋ ਦੂਰ ਦ੍ਰਿਸ਼ਟੀ ਰੋਗ ਹੈ ਉਸ 'ਚ ਨੇੜੇ ਦੀ ਨਿਗਾਹ ਖਰਾਬ ਹੋਏਗੀ। ਇਹਨਾਂ ਨੂੰ ਇੱਕ ਨੂੰ ਮਾਇਓਪੀਆ ਅਤੇ ਇੱਕ ਨੂੰ ਹਾਈਪਰ, ਇਹ ਟੌਪਿਕ ਮਾੜੇ ਜਿਹਾ ਦੇਖਣਾ ਪਏਗਾ, ਇਹ ਅਕਸਰ ਭੁੱਲ ਜਾਂਦੀ ਹੈਗੀ ਆ। ਇਹ ਪਰਸਨ ਵਿਦ ਮਾਇਓਪੀਆ ਕੈਨ ਸੀ ਨੀਅਰ ਬਾਏ ਓਬਜੈਕਟ, ਇਹ ਕਲੀਅਰ ਹੈ ਕਿ ਉਹਦੇ ਨੇੜੇ ਦੀ ਠੀਕ ਦਿਖੇਗੀ ਪਰ ਦੂਰ ਦੀਆਂ ਚੀਜ਼ਾਂ ਉਹਨੂੰ ਨਹੀਂ ਸਹੀ ਦਿਖਣਗੀਆਂ। ਇਹ ਰੇ ਆਫ ਲਾਈਟ ਜਦੋਂ ਡੈਂਸਰ ਟੂ ਰੇਅਰਰ ਗਿਆ, ਠੀਕ ਹੈ, ਤਾਂ ਇਟ ਵਿਲ ਬੈਂਡ ਅਵੇ ਫਰੋਮ ਦੀ ਨੋਰਮਲ। ਅਗਰ ਜਿਵੇਂ ਇੱਥੇ ਗਲਾਸ ਸਲੈਬ ਹੈ, ਇੱਥੋਂ ਲਾਈਟ ਡੈਂਸਰ ਮੀਡੀਅਮ ਤੋਂ ਇੱਧਰ ਜਾਵੇ ਤਾਂ ਇਟ ਵਿਲ ਬੈਂਡ ਅਵੇ ਫਰੋਮ ਦੀ ਨੋਰਮਲ ਆਏਗਾ। ਆਨਸਰ ਕਿਹੜਾ ਆਏਗਾ ਸੈਕਿੰਡ, 36 ਦਾ ਸੈਕਿੰਡ ਆਨਸਰ। 37 which of following statement is correct regarding the propagation of light of different colors of white light, which of following statement is correct regarding the propagation of light of different colors of white light? Red light moves faster, blue lights move 37th the all colors of the move with the same speed. ਵਾਈਟ ਲਾਈਟ 7 ਕਲਰਸ ਦੀ ਹੁੰਦੀ ਆ, ਇਹਨਾਂ ਨੇ ਕੀ ਕਿਹਾ ਆਲ ਕਲਰਸ ਵਿਲ ਮੂਵ ਵਿਦ ਦੀ ਸੇਮ ਸਪੀਡ। ਚਲੋ ਲਗਾ ਲਓ ਆਨਸਰ।
पर ਇਹਦੇ ਪਿੱਛੇ ਕੋਈ ਰੀਜ਼ਨ ਹੋਏਗਾ। ਵਿਚ ਆਫ ਫੋਲੋਇੰਗ ਫਿਗਰ ਕਰੈਕਟਲੀ ਸ਼ੋ ਦੀ ਬੈਂਡਿੰਗ ਆਫ ਮੋਨੋਕ੍ਰੋਮੈਟਿਕ ਲਾਈਟ। फोर्थ विल बी द आंसर। ठीक है, सेम प्रिज्म वाला डेंसर टू रेयरर बेंड टूवर्ड्स दी नॉर्मल, फिर रेयरर टू डेंसर अवे फ्रॉम दी नॉर्मल। ठीक है, अवे फ्रॉम अवे इत्थे की आ जाऊगा टूवर्ड्स दी नॉर्मल लाइट की है बेंड करेगी, बेंड टूवर्ड्स नॉर्मल, ते इधर की है अवे फ्रॉम दी नॉर्मल। 40th आंसर minus f distance between the spherical lens and images minus the lenses। कोई भी हो सकता। u ਦੀ वैल्यू ਦਿੱਤੀ ਹੋਈ ਹੈ, u ਨੈਗੇਟਿਵ ਹੀ ਹੁੰਦਾ। ठीक है, इधर कन्वैक्स और तो 40th ਦਾ 4th आंसर objectives between o and f, u is always negative। Which of following phenomena of light are involved in formation of rainbow? एक तो डिस्पर्शन आएगा, ठीक है, सारे आ सकते हैं, स्कैटरिंग नहीं आएगा, रिफ्रैक्शन भी आ सकता है, डिस्पर्शन भी आ सकता है, 7 कलर च टुटना, रेयर टू डेंसर जाना, इंटरनल रिफ्लैक्शन भी ਇਹ ਹੈ। ਸਕੈਟਰਿੰਗ ਨਹੀਂ ਹੋਏਗਾ, ਸਕੈਟਰਿੰਗ 'ਚ ਲਾਈਟ ਕੀ ਹੈ ਖਿੰਡਦੀ ਹੈ ਅਤੇ ਟਾਈਡਲ ਇਫੈਕਟ ਹੁੰਦਾ, ਤਾਂ ਕਰਕੇ ਤਿੰਨੋਂ ਆਂਸਰਸ ਕਰੈਕਟ ਹੋ ਜਾਣਗੇ। ਠੀਕ ਹੈ, ਏ ਰੇ ਆਫ ਲਾਈਟ ਪਾਸਿਸ ਥਰੂ ਦੀ ਪ੍ਰਿਜ਼ਮ ਐਜ਼ ਸ਼ੋਨ ਇਨ ਦੀ ਫਿਗਰ। ਤਾਂ ਇਹਦੇ ਵਿੱਚ ਜਿਹੜਾ ਆਏ ਇਹ ਐਂਗਲ ਆਫ ਡੇਵੀਏਸ਼ਨ ਹੁੰਦਾ ਹੈ। ਠੀਕ ਹੈ, ਲਾਈਟ ਨੇ ਜਾਣਾ ਤਾਂ ਇਸ ਰਸਤੇ ਸੀ, ਕਿਉਂਕਿ ਰੇਅਰਰ ਟੂ ਡੈਂਸਰ ਜਾਂਦੀ ਹੈ, ਫਿਰ ਰੇਅਰਰ ਆਉਂਦੀ ਹੈ, ਤਾਂ ਇਹਦਾ ਪਾਥ ਕੀ ਹੈ ਆਪਣੇ ਐਕਚੁਅਲ ਪਾਥ ਤੋਂ ਕਿੰਨਾ ਡੇਵੀਏਟ ਹੋ ਗਈ, ਇਸ ਐਂਗਲ ਨੂੰ ਐਂਗਲ ਆਫ ਡੇਵੀਏਸ਼ਨ ਕਿਹਾ ਜਾਂਦਾ। ਔਰ ਇਹ ਕੀ ਹੁੰਦਾ, ਐਂਗਲ ਆਫ ਪ੍ਰਿਜ਼ਮ ਹੁੰਦਾ ਹੈਗਾ। ਤਾਂ ਡੈਲਟਾ ਇਜ਼ ਨੋਨ ਐਜ਼ ਦੀ ਐਂਗਲ ਆਫ ਡੇਵੀਏਸ਼ਨ। 42 ਦਾ ਐਂਗਲ ਆਫ ਡੇਵੀਏਸ਼ਨ ਆਏਗਾ। ਠੀਕ ਹੈ ਆਂਸਰ। ਕਲੀਅਰ ਸਕਾਈ ਅਪੀਅਰਸ ਬਲੂ ਬਿਕੋਜ਼ ਬਲੂ ਕਲਰ ਦੀ ਉਹ ਕੀ ਹੋਏਗੀ, ਸਕੈਟਰਿੰਗ ਹੋਏਗੀ, ਤਾਂ ਕਰਕੇ ਜਿਹੜਾ ਕਲਰ ਸਕੈਟਰ ਹੋਏਗਾ ਉਹੀ ਚੀਜ਼ ਠੀਕ ਹੈ ਨਜ਼ਰ ਆਏਗੀ। ਬਲੂ ਕਲਰ ਦੀ ਸਕੈਟਰਿੰਗ ਮੋਰ ਹੁੰਦੀ ਹੈ ਐਜ਼ ਕੰਪੇਅਰ ਟੂ ਅਦਰ ਕਲਰਸ, ਦੈਟਸ ਵਾਈ ਲਾਈਟ ਵਿਲ ਸਕਾਈ ਵਿਲ ਅਪੀਅਰ ਬਲੂ। ਡਿਸਪਰਸ਼ਨ ਆਫ ਦੀ ਲਾਈਟ ਬਾਈ ਦੀ ਗਲਾਸ ਪ੍ਰਿਜ਼ਮ ਟੇਕਸ ਪਲੇਸ ਬਿਕੋਜ਼ ਆਫ ਦੀ ਜਿਹੜੀ ਇਹਨਾਂ ਦੀ ਵੇਵ ਲੈਂਥ ਹੈ ਉਹ ਅਲੱਗ ਅਲੱਗ ਹੁੰਦੀ ਹੈ। ਠੀਕ ਹੈ, ਹਰ ਇੱਕ ਲਾਈਟ ਦੇ ਹਰ ਇੱਕ ਕਲਰ ਦੀ। 44 ਦਾ 4th ਆਂਸਰ B and A, only B and A are correct, A and B। ਜੇ ਵੇਵ ਲੈਂਥ ਅਲੱਗ ਹੈ, difference in speed of various constituent scattering of the light means ਇਹ ਦੋਨੋਂ ਠੀਕ ਹੈ ਨਾ। ਵੇਵ ਲੈਂਥ ਅਲੱਗ ਅਲੱਗ ਹੁੰਦੀ ਹੈ, ਡਿਫਰੈਂਟ ਹੁੰਦੀ ਹੈ, ਵੇਵ ਲੈਂਥ ਅਲੱਗ ਹੋਏਗੀ ਤਾਂ V ਇਕੁਅਲ ਟੂ ਨਿਊ ਲੈਮਡਾ। ठीक है, स्पीड जो है फ्रीक्वेंसी इंटू लैम्डा, तो दोनों अलग अलग होएगी। डेंजर सिग्नल इंस्टॉल्ड एट द टॉप ऑफ टॉल बिल्डिंग इन रेड कलर, दिस कैन बी ईजली सीन फ्रॉम द डिस्टेंस बिकॉज ऑल अदर कलर दी रेड लाइट दी जिहड़ी है ਸਕੈਟਰਿੰਗ ਘੱਟ ਹੁੰਦੀ ਹੈ, ਬੀਮ ਫੋਮ ਕਰੇਗਾ। ਇਟਸ ਸਕੈਟਰਿੰਗ ਘੱਟ ਹੁੰਦੀ ਹੈ ਕਿਉਂਕਿ ਇਹਦੀ ਵੇਵਲੈਂਥ ਵੱਧ ਹੈ। ਠੀਕ ਹੈ, which of following phenomena contribute significantly the reddish appearance of sun? sun reddish ਕਿਉਂ ਹੁੰਦਾ, ਤਾਂ ਇਹਦੇ ਵਿੱਚ ਵੀ ਸਕੈਟਰਿੰਗ ਹੀ ਆਏਗਾ। 46 due to scattering of the light, ਰੈੱਡ ਕਲਰ ਜ਼ਿਆਦਾ ਸਕੈਟਰ ਹੋ ਰਿਹਾ ਹੈਗਾ। bluish color of the water due to 47th ਦਾ ਸਕੈਟਰਿੰਗ। ਇਹ ਸਾਰਿਆਂ 'ਚ ਸਕੈਟਰਿੰਗ ਆਂਸਰ ਦਿੱਤਾ ਹੋਇਆ ਕਿ ਵੇਵ ਲੈਂਥ ਵੱਧ ਘੱਟ ਹੈ ਤਾਂ ਸਕੈਟਰ ਹੋ ਜਾਏਗਾ। ਦੀ ਕਲਰ ਆਫ ਆਬਜੈਕਟ ਇਜ਼ ਡਿਟਰਮਾਈਨ, ਜਿਹੜੀ ਉਹ ਲਾਈਟ ਨੂੰ ਰਿਫਲੈਕਟ ਕਰਦਾ ਉਹੀ ਕਲਰ ਸਾਨੂੰ ਨਜ਼ਰ ਆਏਗਾ। ਠੀਕ ਹੈ, 49th ਯੂ ਆਰ ਗਿਵਨ ਵਾਟਰ, ਮਸਟਰਡ ਆਇਲ, ਗਲਿਸਰੀਨ, ਕੈਰੋਸਿਨ। ਇਹਦੇ ਵਿੱਚ ਤੁਸੀਂ ਇਨ ਵਿਚ ਆਫ ਦੀ ਮੀਡੀਆ ਦੀ ਰੇ ਆਫ ਦੀ ਲਾਈਟ ਇੰਸੀਡੈਂਟ ਓਬਲੀਕਲੀ ਐਟ ਸੇਮ ਐਂਗਲ ਬਟ ਬੈਂਡ ਮੋਸਟ। ਇਹਨਾਂ 'ਚੋਂ ਅਗਰ ਦੇਖਿਆ ਜਾਵੇ ਵਾਟਰ ਕੀ ਹੈ, ਰੇਅਰਰ ਮੀਡੀਅਮ ਹੈ,
आई थिंक सो। ਤਾਂ ਰੇਅਰਰ ਮੀਡੀਅਮ 'ਚ ਜ਼ਿਆਦਾ ਬੈਂਡ ਹੋਏਗੀ, ਰੇਅਰਰ ਟੂ ਡੈਂਸਰ ਜਾਣਾ, ਇਨ ਵਿਚ ਦੀਸ ਮੀਡੀਆ ਦੀ ਰੇ ਆਫ ਲਾਈਟ incident obliquely the same angle। fourth glycerine, ਮਿਊ ਦੀ ਵੈਲਿਊ ਗਲਿਸਰੀਨ ਲਈ ਜ਼ਿਆਦਾ ਹੋਏਗੀ, ਠੀਕ ਹੈ। ਤਾਂ ਡੈਂਸਰ ਮੀਡੀਅਮ ਹੋ ਗਿਆ, ਜਿੰਨਾ ਡੈਂਸਰ ਜ਼ਿਆਦਾ ਹੋਊਗਾ ਉਨੀ ਬੈਂਡਿੰਗ ਲਾਈਟ ਦੀ ਜ਼ਿਆਦਾ ਹੋਏਗੀ ਏਅਰ ਟੂ ਗਲਿਸਰੀਨ ਅਗਰ ਲਾਈਟ ਜਾਂਦੀ ਹੈ, ਠੀਕ ਹੈ। 50th question, prism is placed in a different the narrow beam of white light is incident on the prism in which of the following cases after dispersion the third color from the top correspond to the color of the sky। क्या है, 3 positions ਤੇ in which case after dispersion third color from the top correspond to the color of sky। 50th the second will be answer। A prism ABC is placed in different order, a narrow white light is incident on the prism in which of the following cases after dispersion the third color from the top corresponds to the color of sky। third color ਵਿਬ ਗਿਓਰ, ਇੱਥੋਂ ਅਗਰ ਅਸੀਂ ਇੱਦਾਂ ਦੇਖੀਏ ਇਹਨੂੰ ਉਲਟਾ ਕਰਕੇ ਤਾਂ ਹਾਂ ਠੀਕ ਹੈ, ਵਿਬ ਗਿਓਰ ਐਵੇਂ ਲਿਖਾਂਗੇ ਤਾਂ ਥਰਡ ਕਲਰ ਹੋ ਗਿਆ, ਠੀਕ ਹੈ। ਠੀਕ ਹੈ, ਐਵੇਂ ਇਸ 'ਚ ਵੀ ਤਾਂ ਸੇਮ ਹੀ ਹੋਏਗਾ 1 2 3। ਅੱਛਾ ਉਸ ਨੀਚੋਂ ਲਿਖਦੇ ਆ, ਇਹਨਾਂ ਨੇ ਟੌਪ ਤੋਂ ਕਿਹਾ ਤਾਂ ਕਰਕੇ, ਠੀਕ ਹੈ। ਵਾਲਾ ਆਨਸਰ ਹੋਏਗਾ ਦਿਸ ਸਟੂਡੈਂਟ ਡਜ਼ ਦੀ ਐਕਸਪੈਰੀਮੈਂਟ ਔਨ ਟ੍ਰੇਸਿੰਗ the path of ray of light through the rectangular glass slab by different angles। he can get the correct measurement of the incident and emergent by labeling the diagram। ठीक है, सही आंसर ਕਿਹੜਾ ਹੋਣਾ ਚਾਹੀਦਾ, फोर्थ विल बी आंसर। ਆਹ ਜਿਹੜਾ ਹੈਗਾ इंसिडेंट एंगल ਹੈ ਤੇ ਆ इमरजेंट एंगल ਹੋਏਗਾ। ਹਿਊਮਨ ਆਈ ਇਜ਼ ਵਨ ਆਫ ਦੀ ਮੋਸਟ ਵੈਲਿਊਏਬਲ ਐਂਡ ਸੈਂਸਿਟਿਵ। ਇਹਦੇ ਨਾਲ ਅਸੀਂ ਦੁਨੀਆ ਦੇਖਦੇ ਹਾਂ, ਕਲਰਸ ਦੇਖਦੇ ਹਾਂ, ਆਈਡੈਂਟੀਫਾਈ ਕਰਦੇ ਹਾਂ, ਕੈਮਰਾ, ਸਾਰੇ ਆਪਸ਼ਨਸ ਕਰੈਕਟ ਹੈਗੀਆਂ। ਇਹ ਰੇ ਆਫ ਲਾਈਟ ਟਰੈਵਲ from first medium to second। the figure given shows the sine angle ਦਿੱਤੇ ਆ, ਸਾਈਨ ਆਈ ਤੇ ਸਾਈਨ ਆਰ ਇਕੁਅਲ ਹੋਣੇ ਚਾਹੀਦੇ ਆ, ਵਿਲ ਬੀ ਇਕੁਅਲ ਟੂ ਸਾਈਨ ਆਰ, ਠੀਕ ਹੈ। ਤਾਂ ਇਕੁਅਲ ਵਾਲਾ ਆਏਗਾ। ਸਪੀਡ ਆਫ ਲਾਈਟ ਇਨ ਮੀਡੀਅਮ 1 ਬੇਟਾ ਨੈਕਸਟ ਆਈ ਵਿਲ ਸੀ। ਥੋੜ੍ਹੇ ਜਿਹੇ ਕੁਐਸਚਨ ਹੁਣ ਤੁਸੀਂ ਕਰੋ, ਕਿੰਨੇ ਕੁਐਸਚਨਸ ਹੈਗੇ ਆ, ਥੋੜ੍ਹੇ ਰਹਿ ਗਏ 69 ਤੱਕ, ਮੀਨਸ 19 ਕੁਐਸਚਨਸ, ਠੀਕ ਹੈ। ਥੈਂਕ ਯੂ। ਇਸ ਵੀਡੀਓ 'ਚ 16 ਤੋਂ ਲੈ ਕੇ ਅਸੀਂ 50 ਤੱਕ MCQ ਡਿਸਕਸ ਕੀਤੇ ਆ। 1 ਤੋਂ 16 ਤੱਕ ਇਨ ਜ਼ੂਮ ਮੀਟਿੰਗ ਕੀਤੇ ਸੀਗੇ, ਰੈਸਟ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ। ਥੈਂਕ